ਸੋ ਸੁਪਰੀਮ ਕੋਰਟ ਨੇ ਇੱਕ ਵਾਰੀ ਫੇਰ ਸਰਕਾਰ ਅਤੇ ਆਮ ਲੋਕਾਂ ਦੇ ਵਿੱਚ ਮਤਭੇਦ ਦੇ ਮਾਮਲੇ ਨਿਪਟਾਉਣ ਲਈ ਇੱਕ ਬਹੁਤ ਵੱਡੀ ਪਹਿਲ ਕੀਤੀ ਹੈ ਔਰ ਮੁਲਕ ਦੇ ਵਿੱਚ ਸੁਪਰੀਮ ਕੋਰਟ ਅੱਜ ਵੀ ਇੱਕ ਅਜਿਹੀ ਪ੍ਰਣਾਲੀ ਬਣ ਕੇ ਉੱਭਰੀ ਹੈ ਜਿਸ ਦੀ ਕਾਰਵਾਈ ਦੇ ਚਲਦਿਆਂ ਲੋਕਾਂ ਦੇ ਵਿੱਚ ਇੱਕ ਵਾਰੀ ਫੇਰ ਦੇਸ਼ ਦੀ ਸੁਪਰੀਮ ਕੋਰਟ ਔਰ ਨਿਆਂ ਪ੍ਰਣਾਲੀ ਦੇ ਵਿੱਚ ਇੱਕ ਵੱਡਾ ਭਰੋਸਾ ਪੈਦਾ ਹੋਇਆ ਔਰ ਕਿਸਾਨ ਅੰਦੋਲਨ ਨੂੰ ਲੈ ਕੇ ਜਿਹੜੇ ਦੇਸ਼ ਦੇ ਸੀਨੀਅਰ ਵਕੀਲ ਕਿਸਾਨਾਂ ਦਾ ਪੱਖ ਰੱਖ ਰਹੇ ਨੇ ਉਹਨਾਂ ਦੇ ਵਿੱਚੋਂ ਦੇਸ਼ ਦੇ ਸੀਨੀਅਰ ਵਕੀਲ HS ਫੂਲਕਾ ਸਾਹਿਬ ਵੀ ਇੱਕ ਨੇ ਔਰ ਸਾਡੇ ਨਾਲ ਮੌਜੂਦ ਨੇ। ਫੂਲਕਾ ਸਾਹਿਬ ਬਹੁਤ ਬਹੁਤ ਸਵਾਗਤ। ਫੂਲਕਾ ਸਾਹਿਬ, ਸੁਪਰੀਮ ਕੋਰਟ ਦੇ ਰੂਲ ਦੀ ਅਹਿਮੀਅਤ, ਸੁਪਰੀਮ ਕੋਰਟ ਦੇ ਰੋਲ ਦੀ ਅਹਿਮੀਅਤ ਨੂੰ ਅੱਜ ਤੁਸੀਂ ਕਿਵੇਂ ਵੇਖ ਰਹੇ ਹੋ ਜਦੋਂ ਵੱਡਾ ਰੇੜਕਾ ਬਣ ਗਿਆ ਸਰਕਾਰ ਤੇ ਕਿਸਾਨ ਅੰਦੋਲਨ ਦੇ ਵਿੱਚ? ਦੇਖੋ, ਪਹਿਲਾਂ ਤਾਂ ਤੁਹਾਡਾ ਜਿਹੜਾ ਆਡੀਅנס ਆ ਨਾ, ਤੁਹਾਡਾ ਜਿਹੜਾ ਜ਼ਿਆਦਾ ਆਡੀਅנס ਬਾਹਰ ਵਾਲਾ, ਜਦੋਂ ਨਾਮ ਲੈਂਦੇ ਹੋ ਦੁਸ਼ਯੰਤ ਦਵੇ, ਕੋਲਿਨ ਗਨਸਾਲਵਸ, ਪ੍ਰਸ਼ਾਂਤ ਭੂਸ਼ਣ, ਅਤੇ ਉਹਨਾਂ ਨੂੰ ਸ਼ਾਇਦ ਇਹ ਸੁਣ ਕੇ ਲੱਗਦਾ ਕਿੱਥੋਂ ਆ ਗਏ, ਉਹ ਇਕੱਲੇ HS ਫੂਲਕਾ ਨੂੰ ਜਾਣਦੇ ਨੇ। ਪਰ ਮੈਂ ਤੁਹਾਨੂੰ ਪਹਿਲਾਂ ਇਹ ਗੱਲ ਦੱਸ ਦਿਆਂ, ਦੁਸ਼ਯੰਤ ਦਵੇ ਸੁਪਰੀਮ ਕੋਰਟ ਦੀ ਬਾਰ ਐਸੋਸੀਏਸ਼ਨ ਦਾ ਪ੍ਰਧਾਨ ਆ ਜੀ, ਬਹੁਤ ਵੱਡਾ ਵਕੀਲ ਆ। ਇੰਡੀਆ ਦੇ ਵਿੱਚ ਜਿਹੜੇ 5-7 ਟੌਪ ਦੇ ਵਕੀਲ ਆ ਉਹਨਾਂ 'ਚੋਂ ਆਉਂਦਾ। ਮਤਲਬ ਕਿ ਇਹਦੀ ਕਮ ਸੇ ਕਮ 8 ਲੱਖ ਅਤੇ 10-11 ਲੱਖ ਰੁਪਇਆ ਵੀ ਇੱਕ ਦਿਨ ਦੀ ਪੇਸ਼ੀ ਇਹ ਲੈਂਦਾ, ਪਰ ਉਹ ਸਾਡੇ ਵਾਸਤੇ ਕੇਸ ਫਰੀ ਕਰ ਰਿਹਾ ਜੀ। ਕੋਲਿਨ ਗਨਸਾਲਵਸ ਟੌਪ ਦਾ ਵਕੀਲ ਹੈ, ਹਿਊਮਨ ਰਾਈਟਸ ਦਾ ਲਾਇਰ ਆ, ਉਹ ਸਾਡੇ ਵਾਸਤੇ ਫਰੀ ਕੇਸ ਕਰ ਰਿਹਾ। ਸਾਡੇ ਮਤਲਬ ਕਿਸਾਨਾਂ ਲਈ, ਸਾਡੇ ਤਾਂ ਮੈਂ ਕਿਸਾਨ ਹੀ ਹਾਂ ਨਾ ਜੀ, ਮੈਂ ਵੀ ਕਿਸਾਨਾਂ ਵੱਲੋਂ ਹੀ ਪੇਸ਼ ਹੋ ਰਿਹਾ ਨਾ, ਮੈਂ ਕਿਸਾਨਾਂ ਦੀ ਗੱਲ ਹੀ ਕਰ ਰਿਹਾ। ਅਤੇ ਜਿਹੜਾ ਪ੍ਰਸ਼ਾਂਤ ਭੂਸ਼ਣ ਹੈ ਉਹ ਵੀ ਟੌਪ ਦਾ ਵਕੀਲ ਹੈ। ਇਹ ਸਾਰੇ ਮਿਲ ਕੇ, ਚਲੋ ਮੈਂ ਤਾਂ ਹੋਣਾ ਹੀ ਹੋਣਾ ਸੀ, ਮੇਰੇ ਤਾਂ ਆਪਣੀ ਸਟੇਟਸ 'ਤੇ ਬੈਠੇ ਆ ਸਾਰੇ, ਮੈਂ ਤਾਂ ਫਰੀ, ਉਹ ਤਾਂ ਕੋਈ ਗੱਲ ਨਹੀਂ ਹੈ। ਪਰ ਇਹ ਵੀ ਸਾਰੇ, ਇਹ ਅੱਜ ਜਦੋਂ ਟੀਮ ਕੋਰਟ ਦੇ ਵਿੱਚ ਪੇਸ਼ ਹੋਈ ਅਤੇ ਉਹਦਾ ਕੋਰਟ 'ਤੇ ਬੜਾ ਪ੍ਰਭਾਵ ਸੀ। ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦਾ ਪ੍ਰਧਾਨ ਉੱਥੇ ਬੈਠ ਕੇ ਬੋਲੇ, ਕਿਉਂਕਿ ਸਰਕਾਰ ਨੇ ਤਾਂ ਪੂਰਾ ਅਟਾਰਨੀ ਜਨਰਲ ਅਤੇ ਪੂਰਾ ਲਾਤਾ। ਹਰੀਸ਼ ਸਾਲਵੇ ਬੜਾ ਟੌਪ ਦਾ, ਮਤਲਬ ਕਿ ਦੁਨੀਆ ਦੇ ਟੌਪ ਦੇ ਵਕੀਲਾਂ 'ਚੋਂ ਆਉਂਦਾ, ਉਹ ਲੰਡਨ ਤੋਂ ਹੀ ਬੈਠਾ ਪੇਸ਼ ਹੋ ਰਿਹਾ ਹਰਿਆਣਾ ਸਰਕਾਰ ਵੱਲੋਂ, ਅਤੇ ਉਹਨਾਂ ਨੂੰ ਸਾਰੇ ਪੂਰਾ ਲਾਤਾ। ਤਾਂ ਉਹਦੇ ਕਰਕੇ ਇਸ ਚੀਜ਼ ਦਾ ਬੜਾ ਅਸਰ ਪੈਂਦਾ, ਬੜਾ ਪ੍ਰਭਾਵ ਪੈਂਦਾ। ਦੁਸ਼ਯੰਤ ਦਵੇ ਨੇ ਅੱਜ ਬਹੁਤ ਵਧੀਆ ਤਰੀਕੇ ਨਾਲ ਹੈਂਡਲ ਕੀਤਾ ਅਤੇ ਉਹਨੇ ਜੋ ਕੋਰਟ ਨੂੰ ਕਿਹਾ, ਦੇਖੋ 3-4 ਚੀਜ਼ਾਂ ਅੱਜ ਦੀਆਂ ਜਿਹੜੀਆਂ ਬੜੀਆਂ ਮਟੀਰੀਅਲ ਨੇ। ਅੱਜ ਕੋਰਟ ਨੇ 2 ਚੀਜ਼ਾਂ 'ਤੇ ਪਹਿਲੀ ਗੱਲ ਤਾਂ ਸਰਕਾਰ ਨੂੰ ਡਾਂਟਿਆ। ਪਹਿਲਾਂ ਤਾਂ ਕਿਹਾ ਕਾਨੂੰਨ ਪਾਸ ਕਰਨ ਤੋਂ ਪਹਿਲਾਂ ਤੁਸੀਂ ਕੀ ਪ੍ਰਕਿਰਿਆ ਕੀਤੀ ਹੈ ਦੱਸੋ ਸਾਨੂੰ। ਉਹਨਾਂ ਨੇ ਅਟਾਰਨੀ ਜਨਰਲ ਨੇ ਕਿਹਾ ਜੀ 2001 'ਚ ਅਸੀਂ ਇਹ ਕੀਤਾ, 2002 'ਚ ਇਹ ਕੀਤਾ। ਉਹ ਕਹਿੰਦਾ ਇੱਕ ਦੋ ਨਾ ਦੱਸੋ ਸਾਨੂੰ, ਹੁਣ ਦੱਸੋ ਹੁਣ ਕੀ ਕੀਤਾ। ਅੱਛਾ, ਮੈਂ ਤੁਹਾਨੂੰ ਅੱਜ ਕੋਰਟ ਦੇ ਵਿੱਚੋਂ ਗੱਲ ਨਹੀਂ ਹੋਈ, ਪਰ ਵੈਸੇ ਮੈਂ ਤੁਹਾਨੂੰ ਦੱਸਦਾ 2001 ਅਤੇ 2002 ਦੇ ਵਿੱਚ ਇਹੋ ਹੀ BJP ਦੀ ਸਰਕਾਰ ਸੀ, ਵਾਜਪਾਈ ਪ੍ਰਧਾਨ ਮੰਤਰੀ ਸੀ। ਹਾਂ, ਉਹਨਾਂ ਨੇ ਕੀ ਕੀਤਾ ਸੀ, ਇਹਨਾਂ ਕਾਨੂੰਨਾਂ ਦੇ ਉੱਤੇ ਨਾ ਪੂਰੀ ਪ੍ਰਕਿਰਿਆ ਕਰਕੇ ਉਸ ਤੋਂ ਮਗਰੋਂ 2003 'ਚ ਕੀ ਬਣਾਇਆ ਸੀ, APMC ਐਕਟ ਨਹੀਂ ਪਾਸ ਕੀਤਾ, ਮਾਡਲ ਐਕਟ ਬਣਾ ਕੇ ਉਹਨੂੰ ਲਾਗੂ ਨਹੀਂ ਕੀਤਾ, ਸਟੇਟਾਂ ਨੂੰ ਭੇਜਤਾ ਜੀ ਤੁਹਾਡੀ ਆਪਣੀ ਮਰਜ਼ੀ ਹੈ, ਤੁਸੀਂ ਕਰਨਾ ਕਰ ਲਓ, ਕਿ ਨਹੀਂ ਕਰਨਾ ਨਾ ਕਰੋ, ਜਿਵੇਂ ਮਰਜ਼ੀ ਬਦਲ ਲਓ। ਮਤਲਬ ਕਿ ਇਹ ਗੱਲ, ਇਸ ਗੱਲ ਤੋਂ ਜਾਣਦੇ ਹੋਏ ਔਰ ਇਹ ਅਹਿਸਾਸ ਕਰਦੇ ਹੋਏ ਕਿ ਐਗਰੀਕਲਚਰ ਸਟੇਟ ਸਬਜੈਕਟ ਆ, ਸਟੇਟ ਅਸੈਂਬਲੀਆਂ ਦੇ ਛੱਡ ਕੇ ਉਹਨਾਂ ਨੂੰ ਮਾਡਲ ਐਕਟ ਬਣਾ ਕੇ ਭੇਜਿਆ। 2017 ਜਿਹਨਾਂ ਨੇ ਫਿਰ APMC ਦਾ ਮਾਡਲ ਐਕਟ ਬਣਾ ਕੇ ਭੇਜਿਆ, ਅਤੇ ਆ 2020 ਦੇ ਵਿੱਚ ਕੀ ਆਫਤ ਆਈ ਸੀ ਕਿ ਆਰਡੀਨੈਂਸ ਕਰਕੇ ਲਾਗੂ ਕਰਤਾ ਤੁਸੀਂ। ਜਦੋਂ ਇਹੋ ਹੀ ਸਰਕਾਰ, NDA ਦੀ ਸਰਕਾਰ ਨੇ ਪਹਿਲੇ 2 ਵਾਰੀ ਸਟੇਟਾਂ ਨੂੰ ਭੇਜਿਆ ਬਣਾ ਕੇ, ਉਹ ਮਾਡਲ ਐਕਟ ਦਾ ਮਤਲਬ ਕਿ ਡਰਾਫਟ ਹੁੰਦਾ ਵੀ ਸਟੇਟਾਂ ਨੂੰ ਭੇਜਤਾ ਜੀ ਕਿ ਆਹ ਲੈ ਲਓ ਵੀ ਤਾਂ ਕਿ ਸਾਰੇ ਇੰਡੀਆ 'ਚ ਯੂਨੀਫਾਰਮਟੀ ਹੋ ਜਾਏ, ਪਰ ਤੁਸੀਂ ਆਪਣੇ ਹਿਸਾਬ ਨਾਲ ਇਹਨੂੰ ਬਦਲ ਲਓ, ਬਦਲ ਕੇ ਜਿਵੇਂ ਕਰਨਾ ਉਹ ਕਰ ਲਓ। ਕਈ ਕਿਸੇ ਨੇ ਕੀਤਾ, ਕਿਸੇ ਨੇ ਨਹੀਂ ਕੀਤਾ, ਆਪਣੀ ਮਰਜ਼ੀ ਸਭ ਦੀ। 2017 'ਚ 2020 ਚੁੱਕ ਲਾਗੂ ਕਰਤਾ। ਇਹ ਮੈਂ ਤੁਹਾਨੂੰ ਅੱਛਾ, ਹੁਣ ਇਹ ਜਿਹੜਾ ਚੀਫ ਜਸਟਿਸ ਨੇ ਜੋ ਗੱਲ ਕਹੀ ਕਿ ਤੁਸੀਂ ਹੁਣ ਦੱਸੋ ਹੁਣ ਕੀ ਪ੍ਰਕਿਰਿਆ ਕੀਤੀ ਆ, ਕੋਈ ਨਹੀਂ ਕੀਤੀ, ਬਿਲਕੁਲ ਕੁਛ ਨਹੀਂ ਕੀਤਾ। ਉਹਨੇ ਇਸ ਪਹਿਲੀ ਗੱਲ ਤਾਂ ਇਸ 'ਤੇ ਡਾਂਟਿਆ। ਦੂਜੀ ਗੱਲ ਉਹਨੇ ਇਸ 'ਤੇ ਡਾਂਟਿਆ ਕਿ ਤੁਸੀਂ ਉਹਨੂੰ ਲੰਬਾ ਕਿਉਂ ਖਿੱਚ ਰਹੇ ਹੋ, ਕਿ ਉੱਥੇ ਔਰਤਾਂ ਬੈਠੀਆਂ, ਬਜ਼ੁਰਗ ਬੈਠੇ ਆ, ਕਈ ਮੌਤਾਂ ਹੋ ਗਈਆਂ, ਉੱਥੇ ਹਾਲਤ ਵੀ ਚੰਗੇ ਨਹੀਂ, ਉੱਥੇ ਟੋਇਲਟ ਦੇ ਅਰੇਂਜਮੈਂਟ ਨਹੀਂ ਅਤੇ ਪਰ ਤੁਸੀਂ ਸਰਕਾਰ ਲੰਬਾ ਕਿਉਂ ਖਿੱਚ ਰਹੀ ਹੈ। ਇਹ ਜਿਹੀਆਂ 2 ਚੀਜ਼ਾਂ ਸੀ ਨਾ, ਇਹਦੇ 'ਤੇ ਕਾਫੀ ਇਹ ਸੁਪਰੀਮ ਕੋਰਟ ਦਾ ਜਿਹੜਾ ਰੁਖ ਸੀਗਾ। ਇਸੇ ਕਰਕੇ ਜਦੋਂ ਇਹਨਾਂ ਨੇ ਕਿਹਾ ਕਿ ਤੁਸੀਂ ਤਾਂ ਪ੍ਰਕਿਰਿਆ ਕੀਤੀ ਨਹੀਂ, ਅਤੇ ਅਸੀਂ ਇੱਕ ਕਮੇਟੀ ਅਪੁਆਇੰਟ ਕਰਦੇ ਹਾਂ, ਉਹ ਕਮੇਟੀ ਨੂੰ ਪ੍ਰਕਿਰਿਆ ਕਰਨ ਦਿਓ, ਉਹ ਕਿਸਾਨਾਂ ਦੀ ਸੁਣੇਗੀ। ਸੁਪਰੀਮ ਕੋਰਟ ਨੇ ਇਹ ਗੱਲ ਕਹੀ। ਕਿਸਾਨਾਂ ਨੇ ਫੈਸਲਾ ਕਰਨਾ, ਪਰ ਤੁਸੀਂ ਕਮੇਟੀ ਦੇ ਰੋਲ ਨੂੰ ਕਿਵੇਂ ਵੇਖੋਗੇ? ਸੁਪਰੀਮ ਕੋਰਟ ਦੱਸਦਾ ਜਦੋਂ ਉਹਨਾਂ ਨੇ ਕਿਹਾ ਕਿ ਅਸੀਂ ਇੱਕ ਕਮੇਟੀ ਬਣਾ ਦਿੰਦੇ ਹਾਂ ਮੀਡੀਏਟਰ ਵਾਸਤੇ, ਮਤਲਬ ਕਿ ਉਹ ਕਮੇਟੀ ਫੈਸਲਾ ਨਹੀਂ ਕਰੇਗੀ। ਇਹ ਕੀ ਹੁੰਦਾ, ਮੀਡੀਏਸ਼ਨ ਮਤਲਬ ਕਿ ਜਿਵੇਂ ਵਿਚੋਲਾਗਰੀ ਹੁੰਦੀ ਆ, ਉਸ ਤਰ੍ਹਾਂ ਅੱਜ ਕੱਲ੍ਹ ਕੋਰਟ ਦੇ ਵਿੱਚ ਆਮ ਤੌਰ 'ਤੇ ਇਹ ਚੀਜ਼ ਬਹੁਤ ਕਾਮਨ ਆ
ਕਿ ਮੀਡੀਏਸ਼ਨ ਵਾਸਤੇ ਚੱਲ ਜਾਓ। ਮੀਡੀਏਸ਼ਨ ਦੇ ਵਿੱਚ ਜੋ ਜਾਂਦਾ ਉਹ ਦੋਨਾਂ ਪਾਰਟੀਆਂ ਨੂੰ ਇਕੱਠੇ ਬਿਠਾ ਕੇ ਸਮਝੌਤਾ ਕਰਾਉਂਦੇ ਆ। ਜੇ ਹੋ ਗਿਆ ਠੀਕ ਆ, ਨਹੀਂ ਹੋ ਗਿਆ ਤਾਂ ਕੋਰਟ ਨੂੰ ਕਹਿੰਦੇ ਜੀ ਕੋਰਟ ਫੈਸਲਾ ਕਰੇ, ਸਾਡਾ ਸਮਝੌਤਾ ਨਹੀਂ। ਇਹ ਇਸੇ ਤਰ੍ਹਾਂ ਕਰਕੇ ਇਹਨਾਂ ਨੇ ਅਯੁੱਧਿਆ ਵਾਲੇ ਕੇਸ ਕੀਤਾ ਸੀ। ਸੁਪਰੀਮ ਕੋਰਟ ਨੇ ਉਹਨੂੰ ਮੀਡੀਏਸ਼ਨ ਵਾਸਤੇ ਕਮੇਟੀ ਬਣਾਤੀ, ਉਹ ਮੀਡੀਏਸ਼ਨ ਨਹੀਂ ਹੋਈ। ਉਹ ਕਮੇਟੀ ਨੇ ਸੁਪਰੀਮ ਕੋਰਟ ਨੂੰ ਕਹਿਤਾ ਜੀ ਮੀਡੀਏਸ਼ਨ ਨਹੀਂ ਹੁੰਦੀ, ਅਤੇ ਸੁਪਰੀਮ ਕੋਰਟ ਨੇ ਆਪਣਾ ਫੈਸਲਾ ਕਰਤਾ। ਜੋ ਸ਼ਹੀਨ ਬਾਗ ਦਾ ਪ੍ਰੋਟੈਸਟ ਸੀ ਉਹਦੇ 'ਚ ਇਹਨਾਂ ਨੇ ਆਈਨ ਬਣਾਈ ਸੀ, ਉਹ ਵੀ ਫੈਸਲਾ ਨਹੀਂ ਹੋਇਆ। ਉਹਨਾਂ ਨੇ ਆ ਕੇ ਸੁਪਰੀਮ ਕੋਰਟ ਨੂੰ ਕਹਿਤਾ ਜੀ ਫੈਸਲਾ ਨਹੀਂ ਹੋਇਆ, ਪਰ ਸੁਪਰੀਮ ਕੋਰਟ ਦਾ ਫੈਸਲਾ ਤਾਂ ਬਾਅਦ 'ਚ ਆਇਆ। ਉਦੋਂ ਪਹਿਲਾਂ ਹੀ ਕੋਵਿਡ ਦੇ ਕਰਕੇ ਇਹਨਾਂ ਨੇ ਉਹ ਧਰਨਾ ਉੱਠ ਗਿਆ ਸੀ, ਉਦੋਂ ਬਾਅਦ ਸੁਪਰੀਮ ਕੋਰਟ ਦਾ ਫੈਸਲਾ ਆਇਆ। ਅਤੇ ਅੱਜ ਕੱਲ੍ਹ ਇਹ ਬਹੁਤ ਜ਼ਿਆਦਾ ਟਰੈਂਡ ਆ, ਆਮ ਕੇਸਾਂ 'ਚ ਵੀ ਟਰੈਂਡ ਆ ਕਿ ਇੱਕ ਸਮਝੌਤਾ ਕਰਾਉਣ ਵਾਸਤੇ। ਤਾਂ ਚੀਫ ਜਸਟਿਸ ਨੇ ਇਹ ਗੱਲ ਕਹੀ, ਜੋ ਸਰਕਾਰ ਨੇ ਕਿਹਾ ਜੀ ਕਿ ਉੱਥੇ ਤਾਂ ਮੂੰਹ 'ਤੇ ਪੱਤੀਆਂ ਲਾ ਦਿੰਦੇ ਆ ਅਤੇ ਬੋਲਦੇ ਨਹੀਂ। ਉਹਨਾਂ ਨੇ ਕਿਹਾ ਕਿ ਅਸੀਂ ਕਰਦੇ ਹਾਂ ਜਿਹੜੇ ਵੀ ਤੁਹਾਡੇ ਦੋਨਾਂ ਦੇ ਵਿੱਚ ਬੈਠ ਕੇ ਜੋ ਇਹ ਹੋ ਗਿਆ ਅਤੇ ਸਮਝੌਤਾ ਕਰਾਵੇ। ਅਤੇ ਉਹਨਾਂ ਨੇ ਕਿਹਾ ਜੀ ਇਹਨਾਂ ਨੂੰ ਪੁੱਛੋ, ਇਹ ਮੰਨਦੇ ਆ। ਅਤੇ ਉਦੋਂ ਸਾਡੇ ਦੁਸ਼ਮਣ ਦਵੇ ਪੇਸ਼ ਹੋ ਰਹੇ ਸੀ, ਉਹ ਕਹਿੰਦੇ ਜੀ ਦੇਖੋ ਮੈਂ ਕਿਸਾਨ ਜਥੇਬੰਦੀਆਂ ਨੂੰ ਪੁੱਛੂੰਗਾ, ਪੁੱਛ ਕੇ ਅਸੀਂ ਤੁਹਾਨੂੰ ਕੱਲ੍ਹ ਨੂੰ ਦੱਸਾਂਗੇ, ਕਿਉਂਕਿ ਅਸੀਂ ਸਿਰਫ 8 ਜਥੇਬੰਦੀਆਂ ਨੂੰ ਉੱਥੇ ਕੋਰਟ ਵਿੱਚ ਪਾਰਟੀ ਬਣਾਇਆ। ਉਹਨਾਂ ਨੇ ਕਿਹਾ ਇਹ 8 ਜਥੇਬੰਦੀਆਂ ਨਹੀਂ ਹਨ, ਇੱਥੇ 400 ਜਥੇਬੰਦੀਆਂ ਜਿਹੜੀਆਂ ਕਿ ਕਾਨੂੰਨਾਂ ਦੇ ਖਿਲਾਫ ਸਾਰੇ ਦੇਸ਼ 'ਚ ਲੱਗੀਆਂ ਪਈਆਂ। ਵੀ ਗੱਲ ਇਹ ਸਾਰਿਆਂ ਜਥੇਬੰਦੀਆਂ ਦੀ ਆ, ਇਕੱਲੇ 8 ਤਾਂ ਹੈ ਨਹੀਂ ਜਿਹੜੇ 4 ਦੀ। ਜਿਹੜੀਆਂ 8 ਨੇ ਉਹ ਹੱਕ ਵਾਲੀਆਂ ਨੇ ਕਾਨੂੰਨ ਨਹੀਂ, ਜੋ 8 ਜਿਹੜੀਆਂ ਇਹ ਸਾਡੀ ਇਹ ਕੋਰ ਕਮੇਟੀ ਆ, ਜਿਹੜੀ ਇੱਕ ਕਿਸਾਨ ਸੰਘਰਸ਼ ਸਮਿਤੀ ਆ, ਇਹਦੇ ਵਿੱਚੋਂ ਉਹਨਾਂ ਨੇ ਸਿਰਫ 8 ਨੂੰ ਪਾਰਟੀ ਬਣਾਇਆ, ਅਤੇ ਜਿਹਨਾਂ ਨੂੰ ਪਾਰਟੀ ਬਣਾਇਆ ਸਿਰਫ ਉਹੀ ਪੇਸ਼ ਹੋਇਆ, ਬਾਕੀ ਨਹੀਂ ਪੇਸ਼ ਹੋਇਆ ਕੋਈ। ਉਹਨਾਂ ਕਿਹਾ ਅਸੀਂ ਇਹਨਾਂ ਨੂੰ ਪੁੱਛ ਕੇ ਤੁਹਾਨੂੰ ਕੱਲ੍ਹ ਨੂੰ ਦੱਸਾਂਗੇ, ਅਸੀਂ ਕੁਝ ਨਹੀਂ ਕਹਿ ਸਕਦੇ। ਪਰ ਸਰਕਾਰੀ ਧਿਰ ਕਹਿ ਰਹੀ ਸੀ ਕਿ ਸੈਂਕੜਿਆਂ 'ਚ ਜਥੇਬੰਦੀਆਂ ਨੇ। ਅੱਛਾ, ਉਹ ਵੀ ਕਹਿ ਰਹੇ, ਅਸੀਂ ਵੀ ਕਹਿ ਰਹੇ ਹਾਂ, ਸੈਂਕੜਿਆਂ 'ਚ। ਇਹ 'ਚ ਕਿਹੜੀ ਗੱਲ, ਇਸ 'ਚ ਤਾਂ ਕੋਈ ਛੁਪੀ ਗੱਲ ਹੀ ਨਹੀਂ। ਪਰ ਜਿਹੜੇ ਇਹ 30-40 ਆਉਂਦੇ ਆ, ਇਹ ਨੁਮਾਇੰਦੇ ਬਣ ਕੇ ਆਉਂਦੇ ਆ। ਇਹ ਦੇਖੋ ਇਸ ਟਾਈਮ ਲਗਭਗ ਦੇਸ਼ ਦੇ ਵਿੱਚ ਤਕਰੀਬਨ ਨਹੀਂ ਤਾਂ 70 ਕਰੋੜ ਰੁਪਈਆ ਜਿਹੜਾ ਖੇਤੀ ਦੇ 70 ਕਰੋੜ ਲੋਕ, 70 ਕਰੋੜ ਦੇਸ਼ ਦੇ ਲੋਕ ਖੇਤੀ 'ਤੇ ਨਿਰਭਰ ਆ। ਤਾਂ ਇਹ ਜਿਹੜੀਆਂ ਜਥੇਬੰਦੀਆਂ ਨੇ ਤਾਂ ਨੁਮਾਇੰਦਗੀ ਕਰਦੀਆਂ ਨਾ, ਇਹ ਕੋਈ 70 ਕਰੋੜ ਦੇ 70 ਕਰੋੜ ਨੂੰ ਥੋੜ੍ਹਾ ਹੁੰਦੀਆਂ, ਉਹਨੇ ਨੁਮਾਇੰਦਗੀ ਕਰਦੀਆਂ। ਤਾਂ ਇਸ ਕਰਕੇ ਇਹ ਗੱਲ ਬੜੀ ਕਲੀਅਰਲੀ ਕਹੀ ਕਿ ਅਸੀਂ ਕਮੇਟੀ ਦੇ ਵਿੱਚ ਬਈ ਕਿਸਾਨ ਜਥੇਬੰਦੀਆਂ ਦਾ ਕੀ ਕਮੇਟੀ ਦੇ ਲਈ ਆ ਉਹ ਅਸੀਂ ਦੱਸਾਂਗੇ। ਸੁਪਰੀਮ ਕੋਰਟ ਨੇ ਕਿਹਾ ਕਿ ਜਦੋਂ ਉਹਨਾਂ ਨੇ ਕਿਹਾ ਕਿ ਅਸੀਂ ਸਟੇ ਕਰਾਂਗੇ, ਸਰਕਾਰ ਨੇ ਬਹੁਤ ਜ਼ਿਆਦਾ ਮਨਾ ਕੀਤਾ ਕਿ ਤੁਸੀਂ ਸਟੇ ਨਾ ਕਰੋ, ਜੇ ਤੁਸੀਂ ਸਟੇ ਕਰਨੀ ਆ ਤਾਂ ਇਹਨਾਂ ਨੂੰ ਕਹੋ ਪਹਿਲਾਂ ਉੱਥੋਂ ਉੱਠਣ। ਚੀਫ ਜਸਟਿਸ ਨੇ ਕਿਹਾ ਕਿ ਬਿਲਕੁਲ ਅਸੀਂ ਕੋਈ ਕਾਨੂੰਨ ਨਹੀਂ ਪਾਸ ਕਰਨਾ, ਕੋਈ ਆਰਡਰ ਨਹੀਂ ਪਾਸ ਕਰਨਾ ਕਿ ਉੱਥੋਂ ਉੱਠਣ, ਇਹ ਉੱਥੇ ਬੈਠੇ ਆ ਪ੍ਰੋਟੈਸਟ। ਵੀ ਹਾਂ ਅਸੀਂ ਇਹਨਾਂ ਨੂੰ ਇਹ ਜ਼ਰੂਰ ਕਹਿ ਸਕਦੇ ਹਾਂ ਕਿ ਤੁਸੀਂ ਦੂਜੀ ਜਗ੍ਹਾ 'ਤੇ ਆ ਜਾਓ। ਅਤੇ ਉਦੋਂ ਅਸੀਂ ਕਿਹਾ ਕਿ ਸਭ ਰਾਮਲੀਲਾ ਗਰਾਊਂਡ ਦੇ ਦਿਓ, ਅਸੀਂ ਆਵਾਂਗੇ। ਆਹੀ ਰਾਮਲੀਲਾ ਗਰਾਊਂਡ ਰਹੇ ਸੀ। ਕਿਸਾਨ ਸਹਿਮਤੀ ਦਿੰਦੇ ਨੇ ਜੇ ਸੁਪਰੀਮ ਕੋਰਟ ਰਾਮਲੀਲਾ? ਇਹ ਤਾਂ ਮੈਂ ਉਹਨਾਂ ਨੂੰ ਪੁੱਛਿਆ ਕਿਸਾਨਾਂ ਨੂੰ, ਉਹਨਾਂ ਨੇ ਕਿਹਾ ਜੀ ਇਸ ਤਾਂ ਆਹੀ ਰਾਮਲੀਲਾ ਗਰਾਊਂਡ ਰਹੇ ਸੀ, ਇਹਨਾਂ ਨੇ ਰੋਕਿਆ ਸਾਨੂੰ, ਦਿਓ ਸਾਨੂੰ ਰਾਮਲੀਲਾ ਗਰਾਊਂਡ, ਅਸੀਂ ਆਉਂਦੇ ਹਾਂ, ਅਸੀਂ ਆਉਂਦੇ ਹਾਂ ਰਾਮਲੀਲਾ ਗਰਾਊਂਡ। ਉਸ ਗੱਲ ਦੇ ਉੱਤੇ ਵੈਸੇ ਤਾਂ ਆਹੀ ਰਾਮਲੀਲਾ ਗਰਾਊਂਡ ਰਹੇ ਸੀ, ਸੜਕ 'ਤੇ ਤਾਂ ਸਰਕਾਰ ਨੇ ਰੋਕਿਆ ਨਾ, ਅਸੀਂ ਥੋੜ੍ਹਾ ਸੜਕ 'ਤੇ ਬੈਠੇ ਹਾਂ। ਇੱਕ ਗੱਲ ਵੀ ਚੱਲੀ, ਇੱਕ ਸੁਪਰੀਮ ਕੋਰਟ ਨੇ ਇੱਕ ਵਿਊ ਪੁਆਇੰਟ ਦਿੱਤਾ ਕਿ ਅਸੀਂ ਸਟੇ ਕਰ ਸਕਦੇ ਹਾਂ, ਇਹਨਾਂ ਐਗਜ਼ੀਕਿਊਸ਼ਨ ਨੂੰ ਸਟੇ ਕਰ ਸਕਦੇ ਹਾਂ। ਉਹਨਾਂ ਨੇ ਸਕਦੇ ਨਹੀਂ, ਉਹ ਤਾਂ ਉਹਨਾਂ ਨੇ ਕਹਿਤਾ ਅਸੀਂ ਕਰ ਰਹੇ ਹਾਂ, ਉਹ ਤਾਂ ਉਹਨਾਂ ਨੇ ਕਹਿਤਾ ਹੁਣ ਬਾਕੀ ਆਰਡਰ ਆਉਂਦਾ, ਪਰ ਉਹਨਾਂ ਨੇ ਕਲੀਅਰ ਕਰਤੀਆਂ ਕਿ ਸਟੇ ਤਾਂ ਅਸੀਂ ਕਰ ਰਹੇ ਹਾਂ। ਦੂਜੀ ਗੱਲ, ਅਸੀਂ ਕੋਈ ਆਰਡਰ ਨਹੀਂ ਪਾਸ ਕਰ ਰਹੇ ਕਿ ਇੱਥੋਂ ਜਿਹੜਾ ਇਹ ਪ੍ਰੋਟੈਸਟ ਉੱਠੇ, ਧਰਨਾ ਉੱਠੇ। ਦੂਸਰੀ ਗੱਲ ਇੱਕ ਹੋਰ ਜੇ ਚੀਫ ਜਸਟਿਸ ਨੇ ਕਹੀ, ਉਸਨੇ ਕਿਹਾ ਜੀ ਇੱਥੇ ਜਿਹੜੇ ਬਜ਼ੁਰਗ ਅਤੇ ਬੱਚੇ ਆ ਵੀ ਉਹਨਾਂ ਨੂੰ ਵੀ ਹਾਲਤ ਠੀਕ ਨਹੀਂ, ਉਹਨਾਂ ਨੂੰ ਵਾਪਸ ਭੇਜ ਦਿਓ। ਤਾਂ ਉਦੋਂ ਮੈਂ ਕਿਹਾ ਜੀ ਮੇਰੇ ਪਿੰਡੋਂ ਆਸੇ ਪਾਸੇ 40 ਟਰਾਲੀਆਂ ਆਈਆਂ ਬੈਠੀਆਂ, ਅਤੇ ਉਹ ਬਜ਼ੁਰਗ ਬੱਚੇ ਖੁਦ ਹੀ ਵਾਪਸ ਜਾਣ ਨੂੰ ਤਿਆਰ ਨਹੀਂ। ਤਾਂ ਚੀਫ ਜਸਟਿਸ ਨੇ ਕਿਹਾ ਕਿ ਮੇਰੇ ਵੱਲੋਂ ਤੁਸੀਂ ਸੁਨੇਹਾ ਲੈ ਕੇ ਜਾਓ, ਤੁਸੀਂ 4 ਵਕੀਲ ਪੇਸ਼ ਹੋ ਰਹੇ ਹੋ, ਚਾਰੋਂ ਵਕੀਲ ਤੁਸੀਂ ਮੇਰੇ ਵੱਲੋਂ ਸੁਨੇਹਾ ਲੈ ਕੇ ਜਾਓ ਕਿ ਮੈਂ ਇਹ ਗੱਲ ਕਹੀ ਆ, ਉਹਨਾਂ ਨੂੰ ਬੇਨਤੀ ਕੀਤੀ ਆ ਕਿ ਵੀ ਤੁਸੀਂ ਬਜ਼ੁਰਗ ਅਤੇ ਬੱਚੇ ਘਰਾਂ 'ਚ ਵਾਪਸ ਚਲੇ ਜਾਓ। ਦੂਜੇ ਜਿਹੜੇ ਨੌਜਵਾਨ ਉਹ ਬੈਠੇ ਨੇ ਧਰਨੇ 'ਤੇ, ਅਤੇ ਇਹ ਵੀ ਗੱਲ ਉਹ ਮਤਲਬ ਕਿ ਕਹਿਣਗੇ ਆਰਡਰ ਦੇ ਵਿੱਚ। 12 ਤਰੀਕ ਕੱਲ੍ਹ ਦਾ ਦਿਨ ਕਿੱਡਾ ਅਹਿਮ ਹੈ? ਕਿਸਾਨਾਂ ਦੇ ਜਵਾਬ ਤੋਂ ਬਾਅਦ ਕੱਲ੍ਹ ਕੀ ਹੋ ਸਕਦਾ ਹੈ? ਹੁਣ ਇਹ ਤਾਂ ਅੱਜ ਸ਼ਾਮ ਨੂੰ ਪਤਾ ਚੱਲੂਗਾ ਕਿ ਆਰਡਰ ਕੀ ਆਉਂਦਾ, ਵੀ ਕੱਲ੍ਹ ਨੂੰ ਰੱਖਦੇ ਵੀ ਜਾਂ ਨਹੀਂ ਰੱਖਦੇ। ਪੂਰੀ ਗੱਲ ਤਾਂ ਹੁਣ ਅੱਜ ਸ਼ਾਮ ਨੂੰ ਇਸ ਦੇ ਉੱਤੇ ਪਤਾ ਚੱਲੇਗੀ। ਅਤੇ ਦੂਜੀ ਗੱਲ ਮਤਲਬ ਕਿ ਇੱਕ ਗੱਲ ਚੀਫ ਜਸਟਿਸ ਨੇ ਬਿਲਕੁਲ ਇਹ ਕਹੀ, ਕਹਿੰਦੇ ਵੀ ਜਦੋਂ ਉਹਨਾਂ ਨੇ ਕਿਹਾ ਦੁਸ਼ਮਣ ਦਵੇ ਨੇ ਕਿ ਅਸੀਂ ਕਿਸਾਨਾਂ ਨੂੰ ਪੁੱਛਾਂਗੇ ਵੀ ਉਹ ਕਮੇਟੀ ਦੇ ਵਿੱਚ ਆਉਣਗੇ ਨਹੀਂ ਆਉਣਗੇ। ਉਹਨਾਂ ਕਹਿੰਦੇ ਤੁਸੀਂ ਸਰਕਾਰ ਨਾਲ ਵੀ ਤਾਂ ਗੱਲ ਕਰ ਰਹੇ ਹੋ, ਤੁਸੀਂ ਸਰਕਾਰ ਨਾਲ ਗੱਲ ਕਰਨ ਨੂੰ, ਮੰਤਰੀ ਨਾਲ ਗੱਲ ਕਰਨ ਨੂੰ ਤਿਆਰ ਹੋ, ਪਰ ਸਾਡੀ ਕਮੇਟੀ ਨਾਲ ਕਰਨ ਨੂੰ ਤਿਆਰ ਨਹੀਂ। ਕਹਿੰਦੇ ਇਹ ਕੀ ਤੁਹਾਡਾ ਰਵੱਈਆ ਹੋਇਆ? ਤਾਂ ਦੁਸ਼ਮਣ ਦਵੇ ਨੇ ਕਿਹਾ ਮੈਂ ਇਹ ਨਹੀਂ ਕਹਿੰਦਾ ਕਿ ਅਸੀਂ ਤਿਆਰ ਨਹੀਂ,
ਇਹ ਨਹੀਂ ਮੈਂ ਕਹਿ ਰਿਹਾ, ਪਰ ਸਾਨੂੰ ਗੱਲ ਕਰਨੀ ਪੈਣੀ ਹੈ। ਗੱਲ ਕਰਕੇ ਅਸੀਂ ਕਹਾਂਗੇ ਨਾ, ਆਪਣੇ ਆਪ ਤਾਂ ਅਸੀਂ ਕਹਿ ਨਹੀਂ ਸਕਦੇ। ਹਾਂਜੀ। ਸੋ ਕੱਲ ਕਿਸਾਨਾਂ ਦੇ ਜਵਾਬ ਤੋਂ ਬਾਅਦ ਤੁਹਾਨੂੰ ਲੱਗਦਾ ਹੈ ਕਿ ਸੁਪਰੀਮ ਕੋਰਟ ਕਿਸੇ ਨਵੇਂ ਫੈਸਲੇ ਵੱਲ ਵਧੂ? ਇਹ ਹੁਣ ਦੇਖੋ, ਇਹ ਹੁਣ ਪਤਾ ਚੱਲੂਗਾ। ਅੱਜ ਸ਼ਾਮ ਨੂੰ ਆਰਡਰ ਆਊਗਾ ਕਿ ਕੱਲ੍ਹ ਨੂੰ ਰੱਖਦੇ ਵੀ ਆ ਕਿ ਨਹੀਂ ਰੱਖਦੇ, ਜਾਂ ਸਿੱਧੀ ਅਪੁਆਇੰਟ ਹੀ ਕਰ ਦਿੰਦੇ ਆ, ਕਹਿ ਹੀ ਦਿੰਦੇ ਆ ਕਿ ਕਮੇਟੀ ਦੇ ਅੱਗੇ ਆਓ। ਕਿਉਂਕਿ ਹੁਣ ਜੇ 15 ਤਰੀਕ ਦੀ ਮੀਟਿੰਗ ਦੇ ਵਿੱਚ ਆ, 15 ਤਰੀਕ ਦੀ ਮੀਟਿੰਗ 'ਚ ਮੰਤਰੀ ਵੀ ਬੈਠੇ ਅਤੇ ਮੰਤਰੀ ਨਾਲ ਜੱਜ ਵੀ ਬੈਠ ਗਿਆ ਜਿਹੜਾ ਉਹਨੇ ਅਪੁਆਇੰਟ ਕੀਤਾ, ਅਤੇ ਉਹ ਤਾਂ ਉਹ ਕਿਸ ਤਰ੍ਹਾਂ ਕਰਦੇ ਆ, ਹੁਣ ਸ਼ਾਮ ਨੂੰ ਪਤਾ ਚੱਲੂਗਾ। ਆਖਰੀ ਸਵਾਲ ਲਊਂਗਾ ਜੀ, ਇਸ ਪੂਰੇ ਅੰਦੋਲਨ 'ਚ ਹੁਣ ਜੋ ਕਾਨੂੰਨ ਸੁਪਰੀਮ ਕੋਰਟ 'ਚ ਮਾਮਲਾ ਚੱਲ ਰਿਹਾ, ਕਾਨੂੰਨੀ ਤੌਰ ਦੇ ਉੱਤੇ ਕਿਸਾਨਾਂ ਦੇ ਪੱਖ ਸੁਪਰੀਮ ਕੋਰਟ 'ਚ ਜਾਣ ਤੋਂ ਬਾਅਦ ਤੁਹਾਨੂੰ ਕੀ ਲੱਗਦਾ ਇਸ ਅੰਦੋਲਨ 'ਚ ਕਿਸਾਨਾਂ ਨੂੰ ਔਰ ਸਰਕਾਰ ਨੂੰ ਪੂਰਾ ਮਾਮਲਾ ਸਮਝਣ 'ਚ ਮਦਦ ਮਿਲੂਗੀ ਸੁਪਰੀਮ ਕੋਰਟ ਦੇ ਦਖਲ? ਦੇਖੋ, ਮੈਂ ਤੁਹਾਨੂੰ ਇੱਕ ਗੱਲ ਪਹਿਲਾਂ ਦੱਸ ਦਿਆਂ, ਇਹ ਮੇਰਾ ਸਾਫ਼ ਜਿਹਾ ਵਿਊ, ਇਹ ਕਾਨੂੰਨੀ ਲੜਾਈ ਨਹੀਂ ਹੈ, ਇਹ ਪੋਲੀਟੀਕਲ ਲੜਾਈ ਆ। ਮਤਲਬ ਕਿ ਕਾਨੂੰਨ ਦੇ ਵਿੱਚ ਅਸੀਂ ਗੱਲ ਕਹਿ ਰਹੇ ਹਾਂ ਜੀ ਕਿ ਇਹ ਸੈਂਟਰਲ ਸਰਕਾਰ ਦੇ ਦਾਇਰੇ 'ਚ ਨਹੀਂ ਆਉਂਦਾ, ਉਹ ਕਹਿ ਰਹੇ ਨਾ ਸਟੇਟਾਂ ਦੇ ਦਾਇਰੇ 'ਚ ਆਉਂਦਾ। ਚਲੋ ਸਟੇਟਾਂ ਦੇ ਦਾਇਰੇ 'ਚ ਆਉਂਦਾ, ਸਟੇਟਾਂ ਦੇ ਦਾਇਰੇ 'ਚ ਆਉਂਦਾ, ਹਰਿਆਣਾ ਸਰਕਾਰ ਇਹ ਕਾਨੂੰਨ ਬਣਾ ਦੇ। ਤਾਂ ਇਸ ਕਰਕੇ ਜੇ ਦਾਇਰੇ 'ਚ ਆਉਂਦੇ ਨੇ ਤੇ ਥੋੜ੍ਹਾ ਜੋ ਮਰਜ਼ੀ ਕਾਨੂੰਨ ਬਣਾਈ ਜਾਓ। ਅਤੇ ਉਹ ਵਾਲੀ ਗੱਲ ਜਿਹੜੀ ਆ, ਇਹ ਜਿਹੜੀ ਅਸਲੀ ਜਿਹੜੀ ਲੜਾਈ ਆ, ਇਹ ਗੱਲ ਮੇਰਾ ਖਿਆਲ ਚੀਫ ਜਸਟਿਸ ਵੀ ਸਮਝਦੇ ਆ ਇਸ ਗੱਲ ਨੂੰ। ਤਾਂ ਹੀ ਉਹਨੇ ਪੁੱਛਿਆ ਕਿ ਤੁਸੀਂ ਕਾਨੂੰਨ ਬਣਾਉਣ ਤੋਂ ਪਹਿਲਾਂ ਤੁਸੀਂ ਪ੍ਰਕਿਰਿਆ ਕੀ ਕੀਤੀ, ਕਿਹਨੂੰ ਪੁੱਛਿਆ? ਤੁਸੀਂ ਕਹਿੰਦੇ ਫੈਸਲੇ ਹੀ ਬਣਾ ਰਹੇ ਹੋ, ਜਿਹਦੇ ਫੈਸਲੇ ਬਣਾ ਰਹੇ ਉਹਨੂੰ ਪੁੱਛ ਤਾਂ ਲਓ ਪਹਿਲਾਂ। ਇਹੋ ਗੱਲ ਆ। ਤਾਂ ਹੀ ਉਹ ਕਮੇਟੀ ਜਿਹੜੀ ਅਪੁਆਇੰਟ ਕਰਨ ਨੂੰ ਕਹਿ ਰਹੇ ਆ ਕਿ ਉਹ ਕਮੇਟੀ ਗੱਲ ਕਰੇ, ਤੁਸੀਂ ਤਾਂ ਕੀਤੀ ਨਹੀਂ। ਤਾਂ ਮਤਲਬ ਕਿ ਇਸ ਤਰ੍ਹਾਂ, ਇਸ ਕਰਕੇ ਹੁਣ ਅੱਜ ਸ਼ਾਮ ਤੋਂ ਆਰਡਰ ਤੋਂ ਪਤਾ ਚੱਲੂ। ਫਿਰ ਉਸ ਤੋਂ ਬਾਅਦ ਇੱਕ ਸਭ ਤੋਂ ਵੱਡੀ ਗੱਲ ਜੇ ਰਹੀ, ਅੱਜ ਸਰਕਾਰ ਨੇ ਬੜੀ ਕੋਸ਼ਿਸ਼ ਕੀਤੀ ਕਿ ਜੀ 26 ਜਨਵਰੀ ਨੂੰ ਕਹੋ ਕਿ ਇਹ ਦਿੱਲੀ 'ਚ ਨਹੀਂ ਆਉਣਗੇ। ਉਹਨੇ ਕਿਹਾ ਅਸੀਂ ਕੋਈ ਆਰਡਰ ਨਹੀਂ ਪਾਸ ਕਰ ਰਹੇ, ਤੁਸੀਂ ਐਪਲੀਕੇਸ਼ਨ ਫਾਈਲ ਕਰੋ, ਉਸ ਤੋਂ ਬਾਅਦ ਸੋਚਾਂਗੇ। ਬਹੁਤ ਬਹੁਤ ਧੰਨਵਾਦ ਜੀ। ਸੋ ਸੀਨੀਅਰ ਵਕੀਲ ਹਰਵਿੰਦਰ ਸਿੰਘ ਫੁਲਕਾ ਉਹਨਾਂ ਨੇ ਬਹੁਤ ਬਰੀਕੀ ਦੇ ਨਾਲ ਕਈ ਗੱਲਾਂ ਸਮਝਾਈਆਂ ਨੇ। ਕੱਲ੍ਹ ਇੱਕ ਵਾਰ ਫਿਰ 12 ਜਨਵਰੀ ਨੂੰ ਸੁਣਵਾਈ ਹੈ। ਕੱਲ੍ਹ ਦੀ ਸੁਣਵਾਈ ਤੋਂ ਬਾਅਦ ਫਿਰ ਇੱਕ ਵਾਰੀ ਗੱਲ ਕਰਾਂਗੇ ਕਿ ਕੀ ਅਪਡੇਟ ਇਹਦੇ ਵਿੱਚ ਨਵੇਂ ਆਉਂਦੇ ਨੇ। ਪਰ ਕਿਸਾਨਾਂ ਦੇ ਲਈ ਸੰਤੁਸ਼ਟੀ ਵਾਲੀ ਗੱਲ ਹੋ ਸਕਦੀ ਹੈ ਕਿ ਸੁਪਰੀਮ ਕੋਰਟ ਬਹੁਤ ਧਿਆਨ ਦੇ ਨਾਲ ਕਿਸਾਨਾਂ ਦਾ ਪੱਖ ਸੁਣ ਰਹੀ ਹੈ, ਔਰ ਭਾਰਤ ਦੀ ਸੁਪਰੀਮ ਕੋਰਟ ਦੀ ਜਿਹੜੀ ਕਾਰਵਾਈ ਹੈ, ਦੁਨੀਆ ਦੀ ਨਜ਼ਰ ਇਸ ਵਕਤ ਸੁਪਰੀਮ ਕੋਰਟ ਦੀ ਕਾਰਵਾਈ 'ਤੇ ਲੱਗੀ ਹੈ, ਔਰ ਕਿਸਾਨਾਂ ਨੂੰ ਫਿਲਹਾਲ ਸੁਪਰੀਮ ਕੋਰਟ ਤੋਂ ਇਨਸਾਫ ਮਿਲਦਾ ਦਿਖ ਰਿਹਾ ਹੈ। ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੁਰਿੰਦਰ ਡੱਲਾ, E9 ਪੰਜਾਬੀ, ਦਿੱਲੀ।